प्यारे विद्यार्थियों, मेरे ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਵਿਦਿਆਰਥੀਓ, मैं ਤੁਹਾਡਾ ਪੰਜਾਬੀ ਅਧਿਆਪਕ ਕੁਲਵਿੰਦਰ ਸਿੰਘ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਕ ਗਿਲਜੇਵਾਲਾ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ, ਪੰਜਾਬ। ਵਿਦਿਆਰਥੀਓ, ਅੱਜ ਆਪਾਂ ਤੁਹਾਡੇ ਮਿਡਲ ਵਿਭਾਗ ਦੀ ਵਿਆਕਰਨ ਦਾ ਇੱਕ ਬੜਾ ਹੀ ਮਹੱਤਵਪੂਰਨ ਭਾਗ ਕਰਨ ਜਾ ਰਹੇ ਹਾਂ ਤੇ ਉਹ ਭਾਗ ਹੈ ਲੇਖ ਰਚਨਾ। ਆਪਾਂ ਇੱਕ ਚੰਗੀ ਲੇਖ ਰਚਨਾ ਕਰਨ ਬਾਰੇ ਵੀ ਪੜਾਂਗੇ ਤੇ ਆਪਾਂ ਇੱਕ ਲੇਖ ਵੀ ਕਰਾਂਗੇ। ਤੁਹਾਨੂੰ 3-4 ਵਿਸ਼ੇ ਤੁਹਾਡੇ ਪੇਪਰਾਂ ਦੇ ਵਿੱਚ ਦਿੱਤੇ ਹੁੰਦੇ ਹੈ ਤੇ ਤੁਸੀਂ ਉਹਨਾਂ ਚੋਂ ਕਿਸੇ ਇੱਕ ਵਿਸ਼ੇ ਤੇ ਲੇਖ ਰਚਨਾ ਕਰਨੀ ਹੁੰਦੀ ਹੈ। ਵਿਦਿਆਰਥੀਓ, ਜ਼ਰੂਰੀ ਹੈ ਕਿ ਇੱਕ ਚੰਗੀ ਲੇਖ ਰਚਨਾ ਕਰਨ ਦੇ ਤੁਸੀਂ ਯੋਗ ਹੋਵੋ, ਕਿਉਂਕਿ ਹੁਣ ਤੁਸੀਂ ਮਿਡਲ ਵਿਭਾਗ ਦੇ ਵਿੱਚ ਆ ਗਏ ਹੋ, ਹੁਣ ਤੁਸੀਂ ਵੱਡੇ ਹੋ ਗਏ ਹੋ। ਪਹਿਲਾਂ ਛੋਟੀਆਂ ਕਲਾਸਾਂ ਦੇ ਵਿੱਚ ਤੁਸੀਂ ਲੇਖ ਇੱਕ ਛੋਟੇ ਜਿਹੇ ਪੈਰੇ ਦੇ ਰੂਪ 'ਚ ਕਰਦੇ ਹੁੰਦੇ ਸੀ ਜਾਂ ਕੁਝ ਕੁ ਲਾਈਨਾਂ ਲਿਖਦੇ ਹੁੰਦੇ ਸੀ, ਪਰ ਹੁਣ ਤੁਹਾਡੀ ਸਿਲੇਬਸ ਦੀ ਮੰਗ ਦੇ ਅਨੁਸਾਰ ਤੁਸੀਂ ਲੇਖ ਨੂੰ ਵਿਸਥਾਰ ਵੀ ਦੇਣਾ ਹੁੰਦਾ ਹੈ ਤੇ ਤੁਸੀਂ ਵਧੀਆ ਤਰੀਕੇ ਨਾਲ ਲੇਖ ਵੀ ਕਰਨਾ ਹੁੰਦਾ। ਤਾਂ ਆਪਾਂ ਥੋੜ੍ਹੀਆਂ ਜਿਹੀਆਂ ਗੱਲਾਂ ਕਰਾਂਗੇ ਪਹਿਲਾਂ ਲੇਖ ਬਾਰੇ ਕਿ ਇੱਕ ਚੰਗੀ ਲੇਖ ਰਚਨਾ ਅਸੀਂ ਕਿਵੇਂ ਕਰ ਸਕਦੇ ਹਾਂ, ਤੇ ਉਸ ਤੋਂ ਬਾਅਦ ਅਸੀਂ ਆਪਦੇ ਵਿਸ਼ੇ ਵੱਲ ਵਧਾਂਗੇ ਤੇ ਇੱਕ ਲੇਖ ਅਸੀਂ ਕਰਾਂਗੇ। ਵਿਦਿਆਰਥੀਓ, ਜਦੋਂ ਤੁਸੀਂ ਕਿਸੇ ਲੇਖ ਦੀ ਰਚਨਾ ਕਰਨੀ ਹੈ ਤਾਂ ਇਹ ਜ਼ਰੂਰੀ ਹੈ ਕਿ ਤੁਹਾਨੂੰ ਪਤਾ ਹੋਵੇ ਕਿ ਇੱਕ ਵਧੀਆ ਲੇਖ ਰਚਨਾ ਕਿਵੇਂ ਕੀਤੀ ਜਾਵੇ, ਕਿਉਂਕਿ ਜੋ ਲੇਖ ਤੁਹਾਡੇ ਸਿਲੇਬਸ ਦੇ ਵਿੱਚ ਦਿੱਤੇ ਹੁੰਦੇ ਆ ਉਹਦਾ ਸਿਰਫ ਇਹੀ ਮਕਸਦ ਨਹੀਂ ਹੁੰਦਾ ਕਿ ਤੁਸੀਂ ਉਹਨਾਂ ਨੂੰ ਪੜ੍ਹੋ। ਉਹਦੇ ਪਿੱਛੇ ਤੁਹਾਡੀ ਭਾਸ਼ਾ ਦਾ ਵਿਸਥਾਰ ਕਰਨਾ, ਤੁਹਾਡੀ ਸ਼ਬਦਾਵਲੀ ਵਿੱਚ ਵਾਧਾ ਕਰਨਾ, ਤੁਹਾਨੂੰ ਪ੍ਰੀਖਿਆਵਾਂ ਦੇਣ ਦੇ ਕੁਸ਼ਲ ਬਣਾਉਣਾ ਤੇ ਕਿਸੇ ਵਿਸ਼ੇ ਬਾਰੇ ਪੂਰਨ ਜਾਣਕਾਰੀ ਦੇਣਾ। ਇਸ ਤਰ੍ਹਾਂ ਦੇ ਕਈ ਉਦੇਸ਼ ਹੁੰਦੇ ਆ। ਜਦੋਂ ਤੁਸੀਂ ਇੱਕ ਲੇਖ ਨੂੰ ਕਰਦੇ ਹੋ ਤਾਂ ਉਸ ਵਿਸ਼ੇ ਬਾਰੇ ਜਾਣਕਾਰੀ ਲੈਣ ਦੇ ਨਾਲ ਨਾਲ ਇਹ ਜ਼ਰੂਰੀ ਹੈ ਕਿ ਤੁਸੀਂ ਉਸ ਵਿਸ਼ੇ ਨੂੰ ਵਧੀਆ ਤਰੀਕੇ ਨਾਲ ਲਿਖ ਵੀ ਸਕੋ, ਕਿਉਂਕਿ ਜੋ ਤੁਹਾਡੀ ਕਾਬਲੀਅਤ ਨੂੰ ਪਰਖਿਆ ਜਾਣਾ ਹੈ ਉਹ ਪਰਖਿਆ ਜਾਣਾ ਹੈ ਪ੍ਰੀਖਿਆ ਦੇ ਆਧਾਰ ਤੇ ਇਸੇ ਕਰਕੇ ਉਹ ਲੇਖ ਆ ਪ੍ਰੀਖਿਆਵਾਂ ਦੀ ਦ੍ਰਿਸ਼ਟੀ ਤੋਂ ਵੀ ਬੜੇ ਮਹੱਤਵਪੂਰਨ ਹੁੰਦੇ ਆ। ਆਓ ਆਪਾਂ ਕੁਝ ਗੱਲਾਂ ਦਾ ਜ਼ਿਕਰ ਕਰਦੇ ਹਾਂ ਜਿਹਦੇ ਨਾਲ ਅਸੀਂ ਇੱਕ ਵਧੀਆ ਲੇਖ ਰਚਨਾ ਕਰ ਸਕਦੇ ਹਾਂ। ਜਦੋਂ ਤੁਸੀਂ ਵਿਦਿਆਰਥੀਓ ਤੁਹਾਨੂੰ ਕੋਈ ਵਿਸ਼ਾ ਮਿਲਿਆ, ਪਹਿਲਾਂ ਉਸ ਵਿਸ਼ੇ ਬਾਰੇ ਸਾਰੇ ਵਿਚਾਰ ਜਿੰਨੇ ਵੀ ਤੁਸੀਂ ਜਾਣਦੇ ਹੋ ਉਹਨਾਂ ਨੂੰ ਆਪਦੇ ਦਿਮਾਗ ਦੇ ਵਿੱਚ ਲੈ ਕੇ ਆਓ। ਉਸ ਤੋਂ ਬਾਅਦ ਆਪਣੇ ਵਿਸ਼ੇ ਤੇ, ਚਾਹੇ ਤੁਸੀਂ ਬੋਲ ਰਹੇ ਹੋ ਚਾਹੇ ਲਿਖ ਰਹੇ ਹੋ ਤੁਸੀਂ, ਤਾਂ ਆਪਣੇ ਵਿਸ਼ੇ ਤੇ ਕੰਮ ਸ਼ੁਰੂ ਕਰੋ। ਪਹਿਲੀ ਗੱਲ ਤੁਸੀਂ ਧਿਆਨ ਵਿੱਚ ਰੱਖਣੀ ਹੈ ਕਿ ਤੁਸੀਂ ਲੇਖ ਦੇ 3 ਹਿੱਸੇ ਕਰੋ। 3 ਹਿੱਸਿਆਂ ਤੋਂ ਭਾਵ ਅਸੀਂ ਲੇਖ ਦੀ ਵਧੀਆ ਸ਼ੁਰੂਆਤ ਕਰਾਂਗੇ ਜਿਹਦੇ ਵਿੱਚ ਅਸੀਂ ਸਾਂਝੇ ਵਿਚਾਰ ਲਿਖਾਂਗੇ ਉਸ ਵਿਸ਼ੇ ਬਾਰੇ। ਉਸ ਤੋਂ ਬਾਅਦ ਅਸੀਂ ਮੱਧ ਵੱਲ ਵਧਾਂਗੇ, ਭਾਵ ਕਿ ਅਸੀਂ ਲੇਖ ਨੂੰ ਵਿਸਥਾਰ ਦੇਵਾਂਗੇ। ਜਦੋਂ ਤੁਸੀਂ ਲੇਖ ਨੂੰ ਵਿਸਥਾਰ ਦੇ ਰਹੇ ਹੋ ਉਦੋਂ ਤੁਸੀਂ ਜੋ ਸਾਰੇ ਵਿਚਾਰ ਤੁਹਾਡੇ ਦਿਮਾਗ ਦੇ ਵਿੱਚ ਹੈ ਉਸ ਵਿਸ਼ੇ ਬਾਰੇ ਉਹਨਾਂ ਨੂੰ ਤੁਸੀਂ ਲਿਖਣਾ ਹੁੰਦਾ ਹੈ ਤੇ ਅਖੀਰ ਤੇ 3-4 ਲਾਈਨਾਂ ਦੇ ਵਿੱਚ ਤੁਸੀਂ ਜੋ ਵਿਚਾਰ ਦੱਸੇ ਹੈ ਉਹਨਾਂ ਦੇ ਆਧਾਰ ਤੇ ਤੁਸੀਂ ਇੱਕ ਸਿੱਟਾ ਕੱਢਣਾ ਹੁੰਦਾ ਹੈ, ਉਸ ਲੇਖ ਦਾ ਅੰਤ ਕਰਨਾ ਹੁੰਦਾ ਹੈ। ਜੇ ਤੁਸੀਂ ਇਸ ਤਰ੍ਹਾਂ ਕਰੋਗੇ ਤਾਂ ਵਧੀਆ ਜੋ ਤੁਹਾਡਾ ਇੱਕ ਲੇਖ ਹੈ ਉਹਦਾ ਨਿਰਮਾਣ ਤੁਸੀਂ ਕਰ ਸਕਦੇ ਹੋ। ਦੂਸਰੀ ਗੱਲ ਜਿਹੜੀ ਤੁਸੀਂ ਧਿਆਨ ਵਿੱਚ ਰੱਖਣੀ ਹੈ ਪਿਆਰੇ ਵਿਦਿਆਰਥੀਓ, ਉਹ ਹੈ ਕਿ ਲੇਖ ਵਿੱਚ ਪੇਸ਼ ਕੀਤੇ ਗਏ ਵਿਚਾਰਾਂ ਨੂੰ ਤੁਸੀਂ ਇੱਕ ਲੜੀ ਦੇ ਵਿੱਚ ਰੱਖਣਾ। ਵਿਦਿਆਰਥੀਓ, ਲੇਖ ਵਿਚਾਰਾਂ ਦੀ ਇੱਕ ਲੜੀ ਹੁੰਦਾ ਹੈ ਜਿਹਦੇ ਵਿੱਚ ਕਿਸੇ ਵਿਸ਼ੇ ਬਾਰੇ ਬਹੁਤ ਸਾਰੇ ਵਿਚਾਰ ਹੁੰਦੇ ਆ, ਕਿਉਂਕਿ ਕਿਸੇ ਵਿਸ਼ੇ ਦੇ ਬਹੁਤ ਸਾਰੇ ਪੱਖ ਹੋ ਸਕਦੇ ਆ। ਜੇ ਆਪਾਂ ਮੰਨ ਲਓ ਅਸੀਂ ਗੁਰੂ ਨਾਨਕ ਦੇਵ ਜੀ ਬਾਰੇ ਲੇਖ ਲਿਖਣ ਲੱਗੇ ਹਾਂ ਤਾਂ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਵਿੱਚ ਬਹੁਤ ਸਾਰੇ ਕੰਮ ਕੀਤੇ, ਸਮਾਜਿਕ ਕੰਮ ਕੀਤੇ, ਧਾਰਮਿਕ ਕੰਮ ਕੀਤੇ, ਫਿਰ ਉਹਨਾਂ ਨੇ ਆਪਣਾ ਪਰਿਵਾਰਕ ਜ਼ਿੰਮੇਵਾਰੀਆਂ ਵੀ ਨਿਭਾਈਆਂ, ਫਿਰ ਉਹਨਾਂ ਦੇ ਮਾਤਾ ਪਿਤਾ, ਉਹਨਾਂ ਦੀ ਪੜ੍ਹਾਈ, ਬਹੁਤ ਸਾਰੇ ਪੱਖ ਆ ਜਾਣਗੇ। ਤਾਂ ਜ਼ਰੂਰੀ ਹੈ ਕਿ ਉਹਨਾਂ ਨੂੰ ਅਸੀਂ ਇੱਕ ਲੜੀ ਦੇ ਵਿੱਚ ਪ੍ਰਸਤੁਤ ਕਰੀਏ। ਲੜੀ ਦਾ ਇਹ ਵੀ ਫਾਇਦਾ ਹੋ ਜਾਣਾ ਹੈ ਕਿ ਜਦੋਂ ਇੱਕ ਲੜੀ ਦੇ ਵਿੱਚ ਤੁਸੀਂ ਵਿਚਾਰਾਂ ਨੂੰ ਰੱਖ ਰਹੇ ਹੋ ਤਾਂ ਤੁਸੀਂ ਭੁੱਲੋਗੇ ਨਹੀਂ, ਤੁਹਾਨੂੰ ਇਹ ਚਿੰਤਾ ਨਹੀਂ ਹੋਣੀ ਕਿ ਇਸ ਤੋਂ ਬਾਅਦ ਮੈਂ ਕੀ ਲਿਖਣਾ ਹੈ। ਜੇ ਅਸੀਂ ਕਿਸੇ ਦਰਖਤ ਬਾਰੇ ਲਿਖਾਂਗੇ ਤਾਂ ਪਹਿਲਾਂ ਅਸੀਂ ਜੜ੍ਹਾਂ ਬਾਰੇ ਗੱਲ ਕਰਾਂਗੇ, ਤਣਿਆਂ ਬਾਰੇ ਗੱਲ ਕਰਾਂਗੇ, ਫਿਰ ਮੁੱਢ ਬਾਰੇ, ਫਿਰ ਮੋਟੇ ਟਹਿਣਿਆਂ ਬਾਰੇ, ਫਿਰ ਪਤਲੀਆਂ ਟਹਿਣੀਆਂ ਬਾਰੇ, ਫਿਰ ਪੱਤਿਆਂ ਬਾਰੇ, ਫਿਰ ਫੁੱਲਾਂ ਬਾਰੇ, ਫਿਰ ਫਲਾਂ ਬਾਰੇ। ਤਾਂ ਇਸ ਤਰ੍ਹਾਂ ਇੱਕ ਲੜੀ ਬਣ ਗਈ। ਜੇ ਤੁਸੀਂ ਵਿਚਾਰਾਂ ਦੀ ਆਪਦੇ ਦਿਮਾਗ ਦੇ ਵਿੱਚ ਇਸ ਤਰੀਕੇ ਨਾਲ ਇੱਕ ਲੜੀ ਬਣਾ ਲਈ ਤਾਂ ਤੁਸੀਂ
ਇੱਕ ਵਧੀਆ ਲੇਖ ਰਚਨਾ ਕਰਨ ਦੇ ਯੋਗ ਹੋ ਜਾਓਗੇ। ਤਾਂ ਦੂਜੀ ਗੱਲ ਸਾਡੀ ਕੀ ਸੀਗੀ ਕਿ ਲੇਖ ਵਿੱਚ ਪੇਸ਼ ਕੀਤੇ ਗਏ ਵਿਚਾਰਾਂ ਨੂੰ ਅਸੀਂ ਇੱਕ ਲੜੀ ਦੇ ਵਿੱਚ ਰੱਖਣਾ। ਤੀਸਰੀ ਗੱਲ ਜਿਹੜੀ ਧਿਆਨ ਵਿੱਚ ਰੱਖਣੀ ਹੈ ਕਿ ਲੇਖ ਲਿਖਣ ਲਈ ਅਸੀਂ ਸਹੀ ਸ਼ਬਦਾਂ ਦੀ ਚੋਣ ਕਰਨੀ ਹੈ ਕਿ ਜਿਸ ਵਿਸ਼ੇ ਬਾਰੇ ਅਸੀਂ ਲੇਖ ਲਿਖ ਰਹੇ ਹਾਂ ਉਸ ਵਿਸ਼ੇ ਬਾਰੇ ਸਨਮਾਨਿਤ ਸ਼ਬਦਾਂ ਦੀ ਵਰਤੋਂ ਕਰਨੀ ਬਹੁਤ ਜ਼ਰੂਰੀ ਹੈ, ਕਿਉਂਕਿ ਹਰ ਭਾਸ਼ਾ ਦਾ ਜੋ ਦਾਇਰਾ, ਭਾਸ਼ਾ ਵਿੱਚ ਬਹੁਤ ਸਾਰੇ ਸ਼ਬਦ ਹੁੰਦੇ ਵਿਦਿਆਰਥੀਓ, ਜਿਨ੍ਹਾਂ ਨੂੰ ਲੋੜ ਅਨੁਸਾਰ ਸਹੀ ਜਗ੍ਹਾ ਤੇ ਅਸੀਂ ਵਰਤਣਾ ਹੁੰਦਾ ਹੈ। ਜਿਵੇਂ ਅਸੀਂ ਕਿਸੇ ਆਮ ਸ਼ਖਸੀਅਤ ਬਾਰੇ ਲੇਖ ਲਿਖਦੇ ਹਾਂ ਤਾਂ ਅਸੀਂ ਕਹਾਂਗੇ ਕਿ ਉਹ ਕਹਿੰਦਾ ਹੈ, ਉਸਨੇ ਲਿਖਿਆ ਹੈ। ਪਰ ਜਦੋਂ ਅਸੀਂ ਗੁਰੂ ਸਾਹਿਬਾਨ ਬਾਰੇ ਗੱਲ ਕਰਾਂਗੇ ਤਾਂ ਅਸੀਂ ਲਿਖਾਂਗੇ ਕਿ ਗੁਰੂ ਜੀ ਫਰਮਾਉਂਦੇ ਹਨ, ਉਹ ਕਹਿੰਦੇ ਹਨ, ਹੈ ਨਾ। ਇਸ ਤਰ੍ਹਾਂ ਕਰਕੇ ਸਿਰਫ ਸ਼ਬਦਾਂ ਦੀ ਵਰਤੋਂ ਦੇ ਫਰਕ ਨਾਲ ਹੀ ਜੋ ਮਾਣ ਸਨਮਾਨ ਹੈ ਉਹ ਸਾਡੀ ਲਿਖਤ ਜਾਂ ਸਾਡੀ ਬੋਲਚਾਲ ਦੇ ਵਿੱਚੋਂ ਝਲਕਦਾ ਹੈ। ਤਾਂ ਇਸ ਤਰ੍ਹਾਂ ਕਰਕੇ ਤੁਸੀਂ ਸਹੀ ਸ਼ਬਦਾਂ ਦੀ ਵਰਤੋਂ ਕਰਕੇ, ਸਹੀ ਸ਼ਬਦਾਂ ਦੀ ਚੋਣ ਕਰਕੇ ਤੁਸੀਂ ਇੱਕ ਵਧੀਆ ਲੇਖ ਦੀ ਰਚਨਾ ਕਰ ਸਕਦੇ ਹੋ। ਇਸ ਤੋਂ ਅੱਗੇ ਪਿਆਰੇ ਵਿਦਿਆਰਥੀਓ, ਕਿ ਜਦੋਂ ਤੁਸੀਂ ਕਿਸੇ ਵਿਸ਼ੇ ਬਾਰੇ ਲਿਖਦੇ ਹੋ ਤਾਂ ਜ਼ਰੂਰੀ ਹੈ ਕਿ ਅਸੀਂ ਚਾਹੇ ਕਿਸੇ ਸਾਹਮਣੇ ਬੋਲ ਰਹੇ ਹਾਂ, ਚਾਹੇ ਲਿਖ ਰਹੇ ਹਾਂ, ਤਾਂ ਜਿਹਦੇ ਲਈ ਵੀ ਅਸੀਂ ਲਿਖ ਰਹੇ ਹਾਂ ਜ਼ਰੂਰੀ ਹੈ ਕਿ ਅਸੀਂ ਉਸ ਬੰਦੇ ਨੂੰ ਵਧੀਆ ਤਰੀਕੇ ਨਾਲ ਪ੍ਰਭਾਵਿਤ ਕਰ ਸਕੀਏ। ਪ੍ਰਭਾਵਿਤ ਉਹਨਾਂ ਨੇ ਤਾਂ ਹੋਣਾ ਜੇ ਉਹਨਾਂ ਨੂੰ ਇਹ ਯਕੀਨ ਹੋ ਜਾਣਾ ਕਿ ਸਾਨੂੰ ਸਾਡੇ ਵਿਸ਼ੇ ਦੀ ਪੂਰੀ ਜਾਣਕਾਰੀ ਹੈ ਤੇ ਅਸੀਂ ਆਪਦੇ ਵਿਸ਼ੇ ਨੂੰ ਵਧੀਆ ਤਰੀਕੇ ਨਾਲ ਪ੍ਰਸਤੁਤ ਕਰਨ ਦੇ ਯੋਗ ਹਾਂ। ਤਾਂ ਉਹਦੇ ਲਈ ਜ਼ਰੂਰੀ ਹੈ ਕਿ ਅਸੀਂ ਕੁਝ ਕੁ ਜੋ ਸਾਡੇ ਕੋਲੇ ਹਵਾਲੇ ਹੁੰਦੇ ਆ ਅਸੀਂ ਉਹਨਾਂ ਦਾ ਜ਼ਿਕਰ ਕਰੀਏ। ਜਿਵੇਂ ਅੱਜ ਦਾ ਸਾਡਾ ਵਿਸ਼ਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ। ਜਦੋਂ ਅਸੀਂ ਗੁਰੂ ਗੋਬਿੰਦ ਸਿੰਘ ਜੀ ਬਾਰੇ ਲੇਖ ਲਿਖਾਂਗੇ ਤਾਂ 10 ਗੁਰੂ ਸਾਹਿਬਾਨ ਹੋਏ ਆ, ਅਸੀਂ ਦੂਸਰੇ ਗੁਰੂ ਸਾਹਿਬਾਨ ਬਾਰੇ ਥੋੜ੍ਹੀ ਵਿੱਚ ਗੱਲ ਕਰਦੇ ਹੋਏ ਇਸ ਲੇਖ ਨੂੰ ਵਿਸਥਾਰ ਦੇਵਾਂਗੇ। ਤਾਂ ਇਸ ਤਰੀਕੇ ਨਾਲ ਅਸੀਂ ਇੱਕ ਵਧੀਆ ਲੇਖ ਰਚਨਾ ਕਰਨ ਦੇ ਯੋਗ ਹੋ ਜਾਂਦੇ ਹਾਂ। ਉਮੀਦ ਹੈ ਕਿ ਤੁਸੀਂ ਇਹਨਾਂ ਗੱਲਾਂ ਦਾ ਜ਼ਰੂਰ ਧਿਆਨ ਰੱਖੋਗੇ। ਬਸ ਬਾਹਲਾ ਲੰਬਾ ਨਹੀਂ ਹੈ, ਥੋੜ੍ਹੀਆਂ ਜਿਹੀਆਂ ਮੇਨ ਗੱਲਾਂ ਹੈ ਕਿ ਲੇਖ ਨੂੰ ਅਸੀਂ 3 ਹਿੱਸਿਆਂ ਦੇ ਵਿੱਚ ਵੰਡ ਲੈਣਾ ਹੈ ਨਾ। ਪਹਿਲੇ ਹਿੱਸੇ ਅਸੀਂ ਅਲੱਗ-ਅਲੱਗ ਨਹੀਂ ਕਰਨੇ, ਬਸ ਅਸੀਂ ਇੱਕ ਦਿਮਾਗ ਦੇ ਵਿੱਚ ਇੱਕ ਉਹਦੀ ਵੰਡ ਕਰ ਲੈਣੀ ਹੈ ਕਿ ਮੈਂ ਪਹਿਲਾਂ ਆਹ ਲਿਖਣਾ ਹੈ, ਫਿਰ ਆਹ ਲਿਖਣਾ ਤੇ ਫਿਰ ਆਹ ਲਿਖਣਾ। ਵਿਚਾਰਾਂ ਦੀ ਇੱਕ ਲੜੀ ਬਣਾ ਲੈਣੀ ਹੈ, ਲੜੀ ਦੇ ਵਿੱਚ ਅਸੀਂ ਲੇਖ ਲਿਖਣਾ ਹੈ। ਫਿਰ ਅਸੀਂ ਸਹੀ ਸ਼ਬਦਾਂ ਦੀ ਚੋਣ ਕਰਨੀ ਹੈ, ਉਹਨਾਂ ਸ਼ਬਦਾਂ ਨਾਲ ਵਧੀਆ ਵਾਕ ਬਣਾਉਣੇ, ਉਹਨਾਂ ਵਾਕਾਂ ਨਾਲ ਫਿਰ ਅੱਗੇ ਪਹਿਰੇ ਬਣਾਉਂਦੇ ਹੋਏ ਇੱਕ ਵਧੀਆ ਲੇਖ ਰਚਨਾ ਕਰਨੀ ਹੈ। ਤੇ ਆਪਣੀ ਗੱਲ ਨੂੰ ਕਹਿਣ ਲਈ ਜੇ ਅਸੀਂ ਕੁਝ ਹਵਾਲੇ ਦੇ ਸਕਦੇ ਹਾਂ ਤਾਂ ਫਿਰ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ। ਤਾਂ ਆਓ ਹੁਣ ਆਪਾਂ ਆਪਣੇ ਵਿਸ਼ੇ ਵੱਲ ਵੱਧਦੇ ਹਾਂ। ਵਿਦਿਆਰਥੀਓ, ਸਾਡਾ ਅੱਜ ਦਾ ਵਿਸ਼ਾ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ। ਤੁਸੀਂ ਗੁਰੂ ਗੋਬਿੰਦ ਸਿੰਘ ਜੀ ਬਾਰੇ ਲੇਖ ਆਪਣੀਆਂ ਪਹਿਲੀਆਂ ਕਲਾਸਾਂ ਦੇ ਵਿੱਚ ਜ਼ਰੂਰ ਪੜ੍ਹਿਆ ਹੋਵੇਗਾ। ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ 10ਵੇਂ ਗੁਰੂ ਹੋਏ ਹੈ ਤੇ ਇੱਕ ਐਸੀ ਸ਼ਖਸੀਅਤ ਹੋਏ ਹੈ ਜਿਨ੍ਹਾਂ ਨੇ ਯੁੱਗ ਪਲਟਾਉਣ ਦਾ ਕੰਮ ਕੀਤਾ। ਪਿਆਰੇ ਵਿਦਿਆਰਥੀਓ, ਸਿੱਖ ਧਰਮ ਇੱਕ ਸ਼ਾਂਤੀ ਪਸੰਦ ਧਰਮ ਸੀ, ਪਰ ਜਦੋਂ ਜ਼ੁਲਮ ਦੀ ਹੱਦ ਹੋ ਗਈ ਤਾਂ ਤਲਵਾਰ ਚੱਕਣ ਦੀ ਨੌਬਤ ਜਦੋਂ ਆ ਗਈ ਤਾਂ ਉਦੋਂ ਵੀ ਸਿੱਖ ਧਰਮ ਦੇ ਅਨੁਯਾਈ ਪਿੱਛੇ ਨਹੀਂ ਹਟੇ। ਇਹ ਪ੍ਰਥਾ ਤੋਰੀ ਸੀ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਜੀ ਨੇ। ਜਦੋਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਹੋ ਗਈ ਤਾਂ ਉਸ ਤੋਂ ਬਾਅਦ ਸਮੀਕਰਨ ਬਦਲਣੇ ਸ਼ੁਰੂ ਹੋ ਗਏ। ਤਾਂ ਗੁਰੂ ਹਰਗੋਬਿੰਦ ਜੀ ਨੇ ਮੀਰੀ ਤੇ ਪੀਰੀ ਦਾ ਕਨਸੈਪਟ ਚਲਾਇਆ, ਇਹ ਧਾਰਨਾ ਸਿੱਖਾਂ ਨੂੰ ਦਿੱਤੀ। ਤੇ ਉਸ ਤੋਂ ਬਾਅਦ 10ਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਐਸਾ ਰੋਲ ਅਦਾ ਕੀਤਾ ਕਿ ਸਾਰੀ ਰੂਪ ਰੇਖਾ ਹੀ ਬਦਲ ਗਈ। ਉਹਨਾਂ ਦੀ ਸ਼ਖਸੀਅਤ ਨੂੰ ਪ੍ਰਗਟਾਉਂਦੀਆਂ ਇਹ ਲਾਈਨਾਂ ਇੱਥੇ ਲਿਖੀਆਂ ਹੋਈਆਂ ਕਿ ਚਿੜੀਓਂ ਸੇ ਮੈਂ ਬਾਜ ਤੜਾऊं, गिदड़ों से मैं शेर बनाऊं, 1.25 लाख से एक लड़ाऊं, तबे गोबिंद ਸਿੰਘ ਨਾਮ ਕਹਾऊं। ਤਾਂ ਇਸ ਤਰ੍ਹਾਂ ਦੀ ਸ਼ਖਸੀਅਤ ਸੀ ਗੁਰੂ ਗੋਬਿੰਦ ਸਿੰਘ ਜੀ ਦੀ। ਉਹਨਾਂ ਨੇ ਗਿੱਦੜਾਂ ਨੂੰ ਸ਼ੇਰ ਬਣਵਾ ਦਿੱਤਾ ਤੇ ਬਾਜਾਂ ਦੀਆਂ ਭਾਜੜਾਂ ਪਵਾ ਦਿੱਤੀਆਂ ਚਿੜੀਆਂ ਕੋਲ। ਉਹਨਾਂ ਨੇ ਮਨੁੱਖ ਦੀ ਸੁੱਤੀ ਹੋਈ ਆਤਮਾ ਨੂੰ ਜਗਾਇਆ। ਉਹਨਾਂ ਨੇ ਭਾਰਤ ਵਾਸੀਆਂ ਨੂੰ ਇਹ ਸੰਦੇਸ਼ ਦਿੱਤਾ ਕਿ ਤੁਸੀਂ ਸਭ ਕੁਝ ਹੀ ਕਰ ਸਕਦੇ ਹੋ, ਜ਼ਰੂਰਤ ਹੈ ਇੱਕ ਹਿੰਮਤ ਜਟਾਉਣ ਦੀ। ਐਸੀ ਹਿੰਮਤ ਉਹਨਾਂ ਨੇ ਜਟਾਉਣ ਦੀ ਪ੍ਰੇਰਨਾ ਲੋਕਾਂ ਨੂੰ ਦਿੱਤੀ ਕਿ 4 ਚੁਫੇਰੇ ਧੰਨ ਧੰਨ ਹੋ ਗਈ ਤੇ ਅੱਜ ਉਹਨਾਂ ਦੇ ਨਾਂ ਤੇ ਜਿਹੜਾ ਸਿੱਖ ਪੰਥ ਹੈ ਉਹ ਚੱਲਦਾ ਹੈ ਤੇ ਹਰ ਮਜ਼ਲੂਮ ਦੇ ਨਾਲ ਖੜਦਾ ਹੈ। ਇਹ ਉਹਨਾਂ ਦੀਆਂ ਸਿੱਖਿਆਵਾਂ ਸੀ। ਅੱਜ ਉਹਨਾਂ ਦੇ ਜੀਵਨ ਬਾਰੇ ਅਸੀਂ ਵਿਸਥਾਰ ਸਹਿਤ ਪੜ੍ਹਾਂਗੇ ਤੇ ਨਾਲ ਨਾਲ ਉਹਨਾਂ ਸਥਿਤੀਆਂ ਦੀ ਚਰਚਾ ਵੀ ਕਰਾਂਗੇ ਜਿਨ੍ਹਾਂ ਸਥਿਤੀਆਂ ਦੇ ਵਿੱਚੋਂ ਉਹਨਾਂ ਨੂੰ ਅਜਿਹੇ ਫੈਸਲੇ
ਲੈਣੇ ਪਏ ਕਿ ਉਹਨਾਂ ਨੇ ਆਪਣਾ ਸਾਰਾ ਪਰਿਵਾਰ ਲੋਕਾਂ ਦੀ ਭਲਾਈ ਖਾਤਰ ਕੁਰਬਾਨ ਕਰ ਦਿੱਤਾ। ਥੋੜੀ ਜਿਹੀ ਉਹਨਾਂ ਦੀ ਜੀਵਨ ਝਾਤ ਪਿਆਰੇ ਵਿਦਿਆਰਥੀਓ ਦੇਖਦੇ ਹਾਂ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ 10ਵੇਂ ਗੁਰੂ ਹੋਏ। ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਸੀਗੇ, ਤੁਹਾਨੂੰ ਸਭ ਨੂੰ ਇਸ ਗੱਲ ਦਾ ਪਤਾ ਹੋਣਾ ਹੈ। ਤੇ ਸਾਡੇ ਮਹਾਨ ਸ਼ਹੀਦ ਮਹਾਨ ਗੁਰੂ ਤੇਗ ਬਹਾਦਰ ਜੀ ਦੇ ਉਹ ਪੁੱਤਰ ਸੀ। ਗੁਰੂ ਜੀ ਇੱਕ ਮਹਾਨ ਕਵੀ ਤੇ ਬਹਾਦਰ ਜਰਨੈਲ ਹੋਏ ਹੈ। ਸੂਝਵਾਨ ਆਗੂ ਤੇ ਦੁਖੀਆਂ ਦੇ ਦੁੱਖ ਦੂਰ ਕਰਨ ਵਾਲੇ ਮੰਨੇ ਜਾਂਦੇ। ਆਪ ਦੀ ਮਹਿਮਾ ਵਿੱਚ ਭਾਈ ਗੁਰਦਾਸ ਜੀ ਲਿਖਦੇ ਹੈ, ਵਾਹ ਵਾਹ ਗੁਰੂ ਗੋਬਿੰਦ ਸਿੰਘ ਆਪੇ ਗੁਰਚੇਲਾ। ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਤਾਂ ਇੱਕ ਨਵੇਂ ਸਿਧਾਂਤ ਸਿੱਖ ਧਰਮ ਨੂੰ ਦਿੱਤੇ। ਉਸ ਤੋਂ ਬਾਅਦ ਸਾਰੀ ਰੂਪਰੇਖਾ ਬਦਲ ਗਈ। ਉਹਨਾਂ ਨੇ ਸਿਰਫ ਪਿਆਰੇ ਵਿਦਿਆਰਥੀਓ ਸਾਨੂੰ ਬਹਾਦਰੀਆਂ ਸਾਨੂੰ ਸਿੱਖੀਆਂ ਹੀ ਨਹੀਂ ਬਖਸ਼ੀਆਂ, ਉਹ ਖੁਦ ਇੱਕ ਮਹਾਨ ਕਵੀ ਤੇ ਸੂਝਵਾਨ ਆਗੂ ਦੇ ਤੌਰ ਤੇ ਉੱਭਰ ਕੇ ਸਾਹਮਣੇ ਆਏ। ਉਹਨਾਂ ਦੀ ਲਿਖੀ ਹੋਈ ਬਾਣੀ ਜਾਪ ਸਾਹਿਬ ਜਾਂ ਹੋਰ ਜਦੋਂ ਵੀ ਅਸੀਂ ਪੜ੍ਹਦੇ ਹਾਂ ਤਾਂ ਸਾਡਾ ਰੋਮ ਰੋਮ ਖੜਾ ਹੋ ਜਾਂਦਾ ਹੈ। ਜਫਰਨਾਮੇ ਵਰਗੀ ਮਹਾਨ ਰਚਨਾ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਉਦੋਂ ਗਿੱਦੜਾਂ ਦਾ ਵੀ ਸ਼ੇਰ ਬਣਨ ਨੂੰ ਜੀ ਕਰਦਾ। ਤੇ ਇਸੇ ਲਈ ਹੀ ਉਹਨਾਂ ਲਈ ਭਾਈ ਗੁਰਦਾਸ ਨੇ ਲਿਖਿਆ ਕਿ ਵਾਹੋ ਵਾਹੋ ਗੁਰੂ ਗੋਬਿੰਦ ਸਿੰਘ ਆਪੇ ਗੁਰਚੇਲਾ, ਕਿਉਂਕਿ ਉਹਨਾਂ ਨੇ ਸਭ ਨੂੰ ਬਰਾਬਰੀ ਦਾ ਸਿਧਾਂਤ ਦਿੱਤਾ। ਉਹ ਇੱਕ ਅਗਵਾਈਕਾਰ ਹੀ ਨਹੀਂ ਬਣੇ, ਸਗੋਂ ਹਰ ਇੱਕ ਨੂੰ ਨਾਲ ਲੈ ਕੇ ਚੱਲਣ ਦੀ ਜਿਹੜੀ ਪ੍ਰੇਰਨਾ ਉਹਨਾਂ ਨੇ ਸਮਾਜ ਨੂੰ ਦਿੱਤੀ। ਵਿਦਿਆਰਥੀਓ, ਜੇ ਅਸੀਂ ਉਹਨਾਂ ਦੇ ਜਨਮ ਦੀ ਗੱਲ ਕਰੀਏ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਕਿ ਉਹ ਸਾਡੇ 9ਵੇਂ ਗੁਰੂ ਤੇਗ ਬਹਾਦਰ ਜੀ ਦੇ ਪੁੱਤਰ ਸਨ ਤੇ ਮਾਤਾ ਗੁਜਰੀ ਜੀ ਦੇ ਸੁਪੁੱਤਰ ਸਨ। ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਵਿਦਿਆਰਥੀਓ 1666 ਈਸਵੀ ਦੇ ਵਿੱਚ ਪਟਨਾ ਸਾਹਿਬ ਵਿਖੇ ਹੋਇਆ। ਅੱਜ ਤੁਸੀਂ ਪਟਨਾ ਸਾਹਿਬ ਦਾ ਨਾਮ ਸੁਣਦੇ ਹੋਵੋਗੇ। ਉੱਥੇ ਉਹਨਾਂ ਦਾ ਜਨਮ ਹੋਇਆ। ਗੁਰੂ ਤੇਗ ਬਹਾਦਰ ਪਿਤਾ ਜੀ ਤੇ ਮਾਤਾ ਗੁਜਰੀ ਜੀ ਮਾਤਾ ਜੀ ਦੇ ਘਰ। ਬਚਪਨ ਦੇ ਵਿੱਚ ਉਹ ਹੋਣਹਾਰ ਬਾਲਕ ਸਨ ਤੇ ਆਪ ਆਪਣੇ ਸਾਥੀ ਬਾਲਕਾਂ ਦੀਆਂ ਫੌਜਾਂ ਬਣਾ ਕੇ ਇੱਕ ਦੂਜੇ ਦੇ ਵਿਰੁੱਧ ਨਕਲੀ ਲੜਾਈਆਂ ਕਰਦੇ ਤੇ ਉਹਨਾਂ ਨੂੰ ਜੰਗਾਂ ਯੁੱਧਾਂ ਦੀਆਂ ਤਕਨੀਕਾਂ ਸਿਖਾਉਂਦੇ। ਆਪਾਂ ਜਿਵੇਂ ਵਿਦਿਆਰਥੀਓ ਪਹਿਲਾਂ ਗੱਲ ਕੀਤੀ ਕਿ ਉਹਨਾਂ ਦੇ ਇਸ ਸੰਸਾਰ ਦੇ ਵਿੱਚ ਆਉਣ ਨਾਲ ਇੱਕ ਯੁੱਗ ਪਲਟਾ ਹੋ ਗਿਆ ਤੇ ਬਚਪਨ ਵਿੱਚ ਹੀ ਉਹਨਾਂ ਦੀਆਂ ਅਜਿਹੀਆਂ ਨਿਸ਼ਾਨੀਆਂ ਸਾਡੇ ਸਾਹਮਣੇ ਆਉਣ ਲੱਗ ਗਈਆਂ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਦੋਂ ਦੇ ਸਾਹਿਤਕਾਰਾਂ ਕਵੀਆਂ ਨੇ ਲਿਖਿਆ ਕਿ ਇਹ ਬਾਲਕ ਜ਼ੁਲਮ ਦਾ ਖਾਤਮਾ ਕਰੇਗਾ ਤੇ ਸਮੇਂ ਦੀਆਂ ਜ਼ਾਲਮ ਸਰਕਾਰਾਂ ਦੇ ਨਾਲ ਟੱਕਰ ਲਵੇਗਾ। ਤੇ ਉਸੇ ਤਰ੍ਹਾਂ ਹੀ ਵਿਦਿਆਰਥੀਓ ਹੋਇਆ। ਉਹਨਾਂ ਨੇ ਜ਼ੁਲਮ ਨੂੰ ਐਸਾ ਅੱਗੇ ਲਾਇਆ ਕਿ ਜ਼ੁਲਮ ਕਰਨ ਵਾਲੇ ਥਰ ਥਰ ਕੰਬਣ ਲੱਗੇ। ਔਰੰਗਜ਼ੇਬ ਵਰਗੇ ਜਿਹੜੇ ਦੁਨੀਆ ਦੇ ਮਾਲਕ ਬਣੇ ਬੈਠੇ ਸੀ, ਉਹ ਵੀ ਗੁਰੂ ਸਾਹਿਬ ਦੀਆਂ ਕਰਨੀਆਂ ਸਾਹਮਣੇ, ਗੁਰੂ ਸਾਹਿਬ ਦੀ ਤਾਕਤ ਦੇ ਸਾਹਮਣੇ ਗੋਡੇ ਟੇਕ ਬੈਠੇ। ਬਚਪਨ ਤੋਂ ਹੀ ਗੁਰੂ ਸਾਹਿਬ ਦੇ ਵਿੱਚ ਉਹੋ ਜਿਹੀਆਂ ਪ੍ਰਵਿਰਤੀਆਂ ਵਿਦਿਆਰਥੀ ਸਨ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਉਹ ਆਪਣੇ ਸਾਥੀ ਬਾਲਕਾਂ ਦੀਆਂ ਫੌਜਾਂ ਬਣਾ ਲੈਂਦੇ ਤੇ ਉਹਨਾਂ ਨਾਲ ਨਕਲੀ ਲੜਾਈਆਂ ਕਰਦੇ ਤੇ ਨਾਲ ਨਾਲ ਉਹਨਾਂ ਨੂੰ ਲੜਾਈਆਂ ਦੇ ਗੁਰ ਵੀ ਸਿਖਾਉਂਦੇ। ਇੱਕ ਗੱਲ ਅਸੀਂ ਧਿਆਨ ਵਿੱਚ ਰੱਖਣੀ ਹੈ ਪਿਆਰੇ ਵਿਦਿਆਰਥੀਓ ਕਿ ਲੜਾਈਆਂ ਤੋਂ ਭਾਵ ਇਹ ਨਹੀਂ ਕਿ ਉਹਨਾਂ ਨੇ ਜੰਗਾਂ ਯੁੱਧਾਂ ਨੂੰ ਬੜਾਵਾ ਦਿੱਤਾ ਤੇ ਲੜਾਈਆਂ ਸ਼ੁਰੂ ਕੀਤੀਆਂ। ਗੁਰੂ ਜੀ ਦੀ ਕੋਈ ਵੀ ਲੜਾਈ ਜਰ ਜੋਰੂ ਤੇ ਜ਼ਮੀਨ ਵਾਸਤੇ ਨਹੀਂ ਲੜੀ ਗਈ। ਉਹਨਾਂ ਨੇ ਜੋ ਵੀ ਲੜਾਈ ਲੜੀ ਉਹ ਲੋਕਾਂ ਦੇ ਹੱਕਾਂ ਦੀ ਰਾਖੀ ਖਾਤਰ, ਲੋਕਾਂ ਦੇ ਧਰਮ ਦੀ ਰਾਖੀ ਖਾਤਰ ਜਿਹੜੀ ਲੜਾਈ ਸੀ ਉਹ ਲੜੀ। ਉਹ ਖੁਦ ਵੀ ਲੜਾਈਆਂ ਦੇ ਗੁਣ ਸਿੱਖਦੇ ਰਹੇ ਤੇ ਆਪਣੇ ਨਾਲ ਦੇ ਸਾਥੀਆਂ ਨੂੰ ਵੀ ਸਿਖਾਉਂਦੇ ਰਹੇ। ਤੇ ਇੱਕ ਸਮਾਂ ਅਜਿਹਾ ਆ ਗਿਆ ਕਿ ਜਦੋਂ ਉਹਨਾਂ ਦੀ ਤਲਵਾਰ ਦਾ ਸਾਹਮਣਾ ਕਰਨ ਦੀ ਹਿੰਮਤ ਕਿਸੇ ਵਿੱਚ ਵੀ ਨਹੀਂ ਸੀ। ਪਿਆਰੇ ਵਿਦਿਆਰਥੀਓ, ਗੁਰੂ ਜੀ ਦੀ ਸਿੱਖਿਆ ਬਹੁਤ ਬਾਕਮਾਲ ਰਹੀ ਤੇ ਸਿੱਖਿਆ ਦੇ ਸਿਰ ਤੇ ਹੀ ਉਹ ਇੱਕ ਨਿਪੁੰਨ ਅਗਵਾਈਕਾਰ ਤੇ ਨਿਪੁੰਨ ਯੋਧਾ ਬਣ ਸਕੇ। 1672 ਈਸਵੀ ਵਿੱਚ ਆਪਣੇ ਮਾਤਾ ਪਿਤਾ ਦੇ ਨਾਲ ਪਟਨਾ ਸਾਹਿਬ ਛੱਡ ਕੇ ਗੁਰੂ ਜੀ ਅਨੰਦਪੁਰ ਸਾਹਿਬ ਵਿਖੇ ਆ ਗਏ। ਇੱਥੇ ਆ ਕੇ
ਗੁਰੂ ਤੇਗ ਬਹਾਦਰ ਜੀ ਨੇ ਉਹਨਾਂ ਲਈ ਵਿੱਦਿਆ ਦਾ ਪ੍ਰਬੰਧ ਕੀਤਾ ਤੇ ਉਹਨਾਂ ਨੂੰ ਧਾਰਮਿਕ ਤੇ ਸ਼ਸਤਰ ਵਿੱਦਿਆ ਦਿੱਤੀ ਜਾਣ ਲੱਗੀ। ਹੁਣ ਦੇਖੋ, ਆਪਾਂ ਪਹਿਲਾਂ ਗੱਲ ਕੀਤੀ ਕਿ ਗੁਰੂ ਜੀ ਮਹਾਨ ਵਿਦਵਾਨ ਵੀ ਹੋਏ ਹੈ, ਮਹਾਨ ਕਵੀ ਵੀ ਹੋਏ ਹੈ। ਉਹਨਾਂ ਨੂੰ ਪੰਜਾਬੀ, ਫਾਰਸੀ, ਹਿੰਦੀ, ਸੰਸਕ੍ਰਿਤ ਤੇ ਬ੍ਰਿਜ ਭਾਸ਼ਾਵਾਂ ਵਿੱਚ ਨਿਪੁੰਨਤਾ ਹਾਸਲ ਸੀ। ਪਿਆਰੇ ਵਿਦਿਆਰਥੀਓ, ਉਹਨਾਂ ਦੀਆਂ ਰਚਨਾਵਾਂ ਦੇ ਵਿੱਚ ਤੁਸੀਂ ਇਸ ਤਰ੍ਹਾਂ ਦੀਆਂ ਉਹਨਾਂ ਦੀਆਂ ਲਿਖਤਾਂ ਜੇ ਤੁਸੀਂ ਪੜ੍ਹੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਕਿੰਨੀ ਭਾਸ਼ਾ ਦਾ ਗਿਆਨ ਗੁਰੂ ਸਾਹਿਬ ਰੱਖਦੇ ਸੀ। ਤਾਂ ਬਚਪਨ ਤੋਂ ਹੀ ਉਹਨਾਂ ਵਿੱਚ ਇੱਕ ਮਹਾਨ ਯੋਧਾ ਬਣਨ ਦੇ ਗੁਣ ਪੈਦਾ ਹੋ ਗਏ ਸੀ, ਨਾਲ ਨਾਲ ਇੱਕ ਮਹਾਨ ਸਾਹਿਤਕਾਰ ਤੇ ਕਵੀ ਬਣਨ ਦੇ ਜਿਹੜੇ ਗੁਣ ਉਹਨਾਂ ਵਿੱਚ ਪੈਦਾ ਹੋਣੇ ਸ਼ੁਰੂ ਹੋ ਗਏ ਸੀ, ਜਿਹੜੇ ਸਾਨੂੰ ਅੱਗੇ ਜਾ ਕੇ ਉਹਨਾਂ ਦੇ ਜੀਵਨ ਦੇ ਵਿੱਚ ਦਿਖਾਈ ਦਿੱਤੇ। ਨਾਲ ਨਾਲ ਇਹ ਵੀ ਸੀ ਵਿਦਿਆਰਥੀਓ ਕਿ ਸਮਾਂ ਉਸ ਤਰ੍ਹਾਂ ਦਾ ਸੀਗਾ ਕਿ ਇਕੱਲੀ ਪੜ੍ਹਾਈ ਦੇ ਨਾਲ ਸਰਨ ਵਾਲਾ ਨਹੀਂ ਸੀਗਾ। ਪੜ੍ਹਾਈ ਦੇ ਨਾਲ ਨਾਲ ਉਹਨਾਂ ਨੂੰ ਗੁਰੂ ਜੀ ਨੂੰ ਪਤਾ ਸੀ ਕਿ ਜੰਗਾਂ ਯੁੱਧਾਂ ਦਾ ਸਮਾਂ ਆਉਣ ਵਾਲਾ ਹੈ, ਜਿਸ ਕਰਕੇ ਉਹਨਾਂ ਨੂੰ ਸ਼ਸਤਰ ਦੀ ਵਿੱਦਿਆ ਵੀ ਨਾਲ ਨਾਲ ਦਿੱਤੀ ਗਈ ਤੇ ਬਹੁਤ ਜਲਦ ਹੀ ਉਹ ਸ਼ਸਤਰ ਦੀ ਵਿੱਦਿਆ ਦੇ ਵਿੱਚ ਨਿਪੁੰਨ ਹੋ ਗਏ। ਉਸ ਤੋਂ ਬਾਅਦ ਇਤਿਹਾਸ ਦੀ ਇੱਕ ਵੱਡੀ ਘਟਨਾ ਹੁੰਦੀ ਹੈ। ਪਿਆਰੇ ਵਿਦਿਆਰਥੀਓ, ਤੁਸੀਂ ਜ਼ਰੂਰ ਆਪਣੇ ਅਧਿਆਪਕ ਸਾਹਿਬਾਨਾਂ ਤੋਂ ਇਹਦੇ ਬਾਰੇ ਸੁਣਿਆ ਹੋਵੇਗਾ। ਜਦੋਂ ਗੁਰੂ ਸਾਹਿਬ ਸਿੱਖਾਂ ਦੇ 10ਵੇਂ ਗੁਰੂ ਬਣੇ, ਉਦੋਂ ਕੀ ਘਟਨਾ ਹੋਈ? ਅਸਲ ਦੇ ਵਿੱਚ ਕਸ਼ਮੀਰ ਦੇ ਵਿੱਚ ਬਹੁਤ ਸਾਰੇ ਪੰਡਤ ਵਸਦੇ ਸੀਗੇ, ਜਿਨ੍ਹਾਂ ਨੂੰ ਅਸੀਂ ਕਸ਼ਮੀਰੀ ਪੰਡਤ ਕਹਿੰਦੇ ਆ। ਉਹ ਗੁਰੂ ਜੀ ਕੋਲ ਆਏ, ਗੁਰੂ ਤੇਗ ਬਹਾਦਰ ਜੀ ਕੋਲ, ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਜੀ ਕੋਲ ਆਏ ਤੇ ਉਹਨਾਂ ਨੇ ਇਹ ਫਰਿਆਦ ਕੀਤੀ ਕਿ ਔਰੰਗਜ਼ੇਬ, ਜੋ ਉਸ ਸਮੇਂ ਮੁਗਲ ਬਾਦਸ਼ਾਹ ਸੀ ਤੇ ਸਾਰੇ ਭਾਰਤ ਵਰਸ਼ ਤੇ ਆਪਣਾ ਅਧਿਕਾਰ ਜਮਾਉਣ ਦੀ ਕੋਸ਼ਿਸ਼ ਵਿੱਚ ਲੱਗਿਆ ਹੋਇਆ ਸੀ, ਕਹਿੰਦੇ ਆ ਕਿ ਉਸ ਦਾ ਇੱਕੋ ਇੱਕ ਟੀਚਾ ਸੀ ਕਿ ਸਾਰੇ ਹਿੰਦੂਆਂ ਨੂੰ ਤੇ ਹੋਰ ਘੱਟ ਗਿਣਤੀਆਂ ਨੂੰ ਖਤਮ ਕਰਕੇ ਇੱਕੋ ਇੱਕ ਜੋ ਮੁਗਲ ਰਾਜ ਦੀ ਸਥਾਪਨਾ ਕਰਨੀ ਹੈ ਤੇ ਸਭ ਨੂੰ ਮੁਸਲਮਾਨ ਬਣਾ ਲੈਣਾ। ਔਰੰਗਜ਼ੇਬ ਦੇ ਇਹਨਾਂ ਜ਼ੁਲਮਾਂ ਤੋਂ ਅੱਕੇ ਹੋਏ ਕਸ਼ਮੀਰੀ ਪੰਡਤ ਗੁਰੂ ਜੀ ਕੋਲ ਆਏ ਕਿ ਉਹਨਾਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਇਆ ਜਾ ਰਿਹਾ ਹੈ ਤੇ ਮੁਸਲਮਾਨ ਨਾ ਬਣਨ ਤੇ ਉਹਨਾਂ ਤੇ ਜ਼ੁਲਮ ਕੀਤੇ ਜਾ ਰਹੇ ਹੈ, ਉਹਨਾਂ ਨੂੰ ਮਾਰਿਆ ਜਾ ਰਿਹਾ। ਗੁਰੂ ਤੇਗ ਬਹਾਦਰ ਜੀ ਨੇ ਇੱਕ ਡੂੰਘੀ ਸੋਚ ਵਿਚਾਰ ਕੀਤੀ ਤੇ ਡੂੰਘੀ ਸੋਚ ਵਿਚਾਰ ਤੋਂ ਬਾਅਦ ਉਹਨਾਂ ਨੇ ਫੈਸਲਾ ਲਿਆ। ਉਹਨਾਂ ਨੇ ਕਸ਼ਮੀਰੀ ਪੰਡਤਾਂ ਨੂੰ ਕਿਹਾ ਕਿ ਹੁਣ ਸਮਾਂ ਅਜਿਹਾ ਆ ਗਿਆ ਹੈ ਕਿ ਕੋਈ ਐਸਾ ਮਹਾਨ ਪੁਰਖ ਆਪਣੀ ਕੁਰਬਾਨੀ ਦੇਵੇ ਜਿਹਦੇ ਨਾਲ ਯੁੱਗ ਪਲਟ ਸਕੇ, ਜਿਹਦੇ ਨਾਲ ਇਤਿਹਾਸ ਇੱਕ ਮੋੜਾ ਖਾਵੇ। ਹੁਣ ਅਜਿਹਾ ਕੀਤੇ ਤੋਂ ਬਿਨਾਂ ਇਹ ਜੋ ਜ਼ੁਲਮਾਂ ਦੀ ਹਨੇਰੀ ਹੈ ਇਹ ਨਹੀਂ ਰੁਕਣੀ। ਤਾਂ ਜਦੋਂ ਕਹਿੰਦੇ ਇਹ ਗੱਲਬਾਤ ਹੋਈ, ਉਦੋਂ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਕੋਲ ਹੀ ਬੈਠੇ ਸੀਗੇ ਤੇ ਗੁਰੂ ਜੀ ਨੇ ਗੁਰੂ ਤੇਗ ਬਹਾਦਰ ਜੀ ਨੂੰ ਕਿਹਾ ਕਿ ਪਿਤਾ ਜੀ, ਆਪ ਜੀ ਨਾਲੋਂ ਮਹਾਨ ਪੁਰਖ ਹੋਰ ਕਿਹੜਾ ਹੋ ਸਕਦਾ ਹੈ। ਇੱਕ ਪੁੱਤਰ ਨੇ ਆਪਣੇ ਪਿਤਾ ਨੂੰ ਕੁਰਬਾਨੀ ਦੀ ਪ੍ਰੇਰਨਾ ਦਿੱਤੀ, ਕੁਰਬਾਨੀ ਦੀ ਗੱਲ ਕੀਤੀ ਕਿ ਜੇ ਕਿਸੇ ਮਹਾਨ ਪੁਰਖ ਦੀ ਕੁਰਬਾਨੀ ਦੀ ਲੋੜ ਹੈ ਤਾਂ ਤੁਹਾਡੇ ਨਾਲੋਂ ਮਹਾਨ ਪੁਰਖ ਇਸ ਧਰਤੀ ਤੇ ਹੋਰ ਕਿਹੜਾ ਹੈ। ਇਹ ਸ਼ਬਦ ਜਦੋਂ ਗੁਰੂ ਤੇਗ ਬਹਾਦਰ ਜੀ ਨੇ ਸੁਣੇ ਤਾਂ ਬਿਲਕੁਲ ਹੈਰਾਨ ਹੋ ਗਏ, ਕਿਉਂਕਿ ਉਸ ਸਮੇਂ ਗੁਰੂ ਜੀ ਦੀ ਉਮਰ ਬਹੁਤ ਛੋਟੀ ਸੀ ਤੇ ਇੰਨੀ ਛੋਟੀ ਉਮਰ ਦੇ ਵਿੱਚ ਆਪਣੇ ਪਿਤਾ ਦੀ ਸ਼ਹੀਦੀ ਦੀ ਗੱਲ ਕਰਨਾ, ਕੋਈ ਮਹਾਨ ਰੂਹ, ਮਹਾਨ ਆਤਮਾ ਹੀ ਜਿਹੀ ਗੱਲ ਕਰ ਸਕਦੀ ਹੈ। ਪਰ ਗੁਰੂ ਤੇਗ ਬਹਾਦਰ ਜੀ ਸਾਰਾ ਜਾਣੀ ਜਾਣ ਸਨ ਤੇ ਗੁਰੂ ਤੇਗ ਬਹਾਦਰ ਜੀ ਨੇ ਕਸ਼ਮੀਰੀ ਪੰਡਤਾਂ ਤੇ ਹੋ ਰਹੇ ਜ਼ੁਲਮਾਂ ਨੂੰ ਰੋਕਣ ਵਾਸਤੇ ਆਪਣੀ ਸ਼ਹੀਦੀ ਦਿੱਤੀ ਤੇ ਉਹਨਾਂ ਦੀ ਸ਼ਹੀਦੀ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ 10ਵੇਂ ਗੁਰੂ ਬਣ ਗਏ। ਵਿਦਿਆਰਥੀਓ, ਆਪਾਂ ਪਹਿਲਾਂ ਗੱਲ ਕਰ ਰਹੇ ਸੀ ਕਿ ਜਿਹੜਾ ਜ਼ੁਲਮ ਹੈ ਉਹ ਔਰੰਗਜ਼ੇਬ ਦਾ ਵੱਧਦਾ ਜਾ ਰਿਹਾ ਸੀ ਤੇ ਜਦੋਂ ਹੀ ਗੁਰੂ ਜੀ 10ਵੇਂ ਗੁਰੂ ਬਣੇ ਤਾਂ ਉਹਨਾਂ ਨੇ ਮੁਗਲਾਂ ਨਾਲ ਟੱਕਰ ਲੈਣੀ ਸ਼ੁਰੂ ਕਰ ਦਿੱਤੀ। ਆਪਾਂ ਪੜ੍ਹਿਆ ਸੀ ਕਿ ਬਚਪਨ ਦੇ ਵਿੱਚ ਉਹ ਆਪਣੇ ਸਾਥੀਆਂ ਨਾਲ ਮਿਲ ਕੇ ਛੋਟੀਆਂ-ਛੋਟੀਆਂ ਫੌਜਾਂ ਬਣਾਉਂਦੇ ਤੇ ਉਹਨਾਂ ਫੌਜਾਂ ਦੀ ਆਪਸੀ ਲੜਾਈ ਕਰਵਾਉਂਦੇ ਤੇ ਉਹਨਾਂ ਲੜਾਈਆਂ ਦੇ ਆਧਾਰ ਤੇ ਉਹ ਆਪਣੇ ਸਾਥੀਆਂ ਦੀ ਕੁਸ਼ਲਤਾ ਨੂੰ ਚੈੱਕ ਕਰਦੇ। ਇਸ ਤਰ੍ਹਾਂ ਵੱਡੇ ਹੁੰਦੇ ਹੁੰਦੇ ਉਹ ਇੱਕ ਨਿਪੁੰਨ ਸ਼ਸਤਰਧਾਰੀ ਬਣ ਗਏ, ਖੁਦ ਵੀ ਨਿਪੁੰਨ ਹੋ ਗਏ ਤੇ ਉਹਨਾਂ ਨੇ ਲੋਕਾਂ ਨੂੰ ਵੀ ਨਿਪੁੰਨ ਕਰ ਲਿਆ। ਤੇ ਗੁਰੂ ਜੀ ਨੇ ਨਾਲ ਨਾਲ ਇਹ ਹੁਕਮ ਕੀਤਾ, ਜਿੰਨੀ ਵੀ ਸੰਗਤ ਗੁਰੂ ਦੇ ਦਰ ਤੇ ਆਉਂਦੀ ਸੀ, ਕਿ ਜਦੋਂ ਵੀ ਉਹ ਆਉਣ ਤਾਂ ਉਹਨਾਂ ਵਾਸਤੇ ਭੇਟਾ ਵਿੱਚ ਘੋੜੇ
ਤੇ ਹਥਿਆਰ ਲਿਆਉਣ ਤੇ ਆਪਣੇ ਪੁੱਤਰਾਂ ਨੂੰ ਗੁਰੂ ਜੀ ਦੀ ਸੈਨਾ ਵਿੱਚ ਭਰਤੀ ਹੋਣ ਲਈ ਭੇਜੋ। ਗੁਰੂ ਜੀ ਦਾ ਇਹ ਸੰਦੇਸ਼ ਪਾ ਕੇ ਵਿਦਿਆਰਥੀਓ ਜੋ ਲੋਕ ਸੀ ਉਹਨਾਂ ਨੇ ਇਸ ਹੁਕਮ ਨੂੰ ਸਿਰ ਮੱਥੇ ਕਬੂਲ ਕੀਤਾ। ਉਹਨਾਂ ਨੇ ਸ਼ਸਤਰ, ਘੋੜੇ ਤੇ ਆਪਣੇ ਪੁੱਤਰਾਂ ਨੂੰ ਗੁਰੂ ਜੀ ਦੀ ਫੌਜ ਦੇ ਵਿੱਚ ਭਰਤੀ ਕਰਨਾ ਸ਼ੁਰੂ ਕਰ ਦਿੱਤਾ। ਗੁਰੂ ਜੀ ਨੇ ਸਭ ਦੀ ਸਿਖਲਾਈ ਦਾ ਪ੍ਰਬੰਧ ਕੀਤਾ ਹੋਇਆ ਸੀ। ਸਭ ਨੂੰ ਜੰਗਾਂ ਦੀ ਸਿਖਲਾਈ ਦਿੱਤੀ ਜਾਂਦੀ। ਜਦੋਂ ਅਜਿਹੀ ਚੜ੍ਹਤ ਗੁਰੂ ਸਾਹਿਬ ਦੀ ਹੋਣ ਲੱਗੀ ਤਾਂ ਜਿਹੜੇ ਰਾਜੇ ਸੀ, ਪਹਾੜੀ ਰਾਜੇ ਸੀ ਜਾਂ ਮੁਗਲ ਸ਼ਾਸਕ ਸੀਗੇ, ਉਹਨਾਂ ਤੋਂ ਗੁਰੂ ਜੀ ਦੀ ਇਹ ਚੜ੍ਹਤ ਬਰਦਾਸ਼ਤ ਨਾ ਹੋਈ ਤੇ ਉਹ ਸਕੀਮਾਂ ਬਣਾਉਣ ਲੱਗੇ ਕਿ ਗੁਰੂ ਜੀ ਨਾਲ ਕਿਵੇਂ ਯੁੱਧ ਲੜੇ ਜਾਣ ਤੇ ਕਿਵੇਂ ਉਹਨਾਂ ਨੂੰ ਖਤਮ ਕੀਤਾ ਜਾਵੇ। ਉਸ ਤੋਂ ਅੱਗੇ ਪਿਆਰੇ ਵਿਦਿਆਰਥੀਓ, ਫਿਰ ਇਤਿਹਾਸ ਦੀ ਇੱਕ ਬਹੁਤ ਵੱਡੀ ਘਟਨਾ ਹੁੰਦੀ ਹੈ, ਜਿਸ ਘਟਨਾ ਨੂੰ ਅਸੀਂ ਖਾਲਸਾ ਪੰਥ ਦੀ ਸਾਜਨਾ ਦੇ ਨਾਂ ਨਾਲ ਜਾਣਦੇ ਹਾਂ। ਆਪਾਂ ਗੱਲ ਕਰ ਰਹੇ ਸੀ ਕਿ ਗੁਰੂ ਸਾਹਿਬ ਆਪਣੇ ਸਾਥੀਆਂ ਨੂੰ ਨਿਪੁੰਨ ਕਰ ਰਹੇ ਸੀ। ਆਪਣੀ ਫੌਜ ਦੇ ਲਈ ਘੋੜੇ ਤੇ ਲੋਕਾਂ ਦੇ ਪੁੱਤਰ ਬੁਲਾ ਰਹੇ ਸੀਗੇ। ਇੱਕ ਤਗੜੀ ਫੌਜ ਖੜੀ ਕਰ ਰਹੇ ਸੀ, ਜਿਸ ਨੂੰ ਵੇਖ ਕੇ ਜਿਹੜੇ ਪਹਾੜੀ ਰਾਜੇ ਸੀ ਉਹ ਕੰਬ ਉੱਠੇ ਤੇ ਉਹਨਾਂ ਨੇ ਗੁਰੂ ਜੀ ਤੇ ਚੜ੍ਹਾਈ ਕਰ ਦਿੱਤੀ। 1686 ਦੇ ਵਿੱਚ ਕਹਿੰਦੇ ਭੰਗਾਣੀ ਦਾ ਯੁੱਧ ਹੋਇਆ ਤੇ ਇਸ ਭੰਗਾਣੀ ਦੇ ਯੁੱਧ ਵਿੱਚ ਪਹਾੜੀ ਰਾਜਿਆਂ ਨੂੰ ਕਰਾਰੀ ਹਾਰ ਹੋਈ। ਉਸ ਤੋਂ ਬਾਅਦ ਗੁਰੂ ਜੀ ਨੇ ਇਹ ਮਹਿਸੂਸ ਕੀਤਾ ਕਿ ਇਸ ਕੌਮ ਨੂੰ ਇੱਕ ਪਹਿਚਾਣ ਦੇਣੀ ਪੈਣੀ ਹੈ। ਇਹਨਾਂ 'ਚ ਐਸੇ ਬਹਾਦਰੀ ਦੇ ਗੁਣ ਭਰਨੇ ਪੈਣੇ ਹੈ ਕਿ ਹਰ ਇੱਕ ਜ਼ੁਲਮ ਦਾ ਮੂੰਹ ਤੋੜ ਜਵਾਬ ਦੇ ਸਕਣ, ਕਿਉਂਕਿ ਗੁਰੂ ਜੀ ਇੱਕ ਐਸੇ ਅਗਵਾਈਕਾਰ ਸੀ ਜਿਨ੍ਹਾਂ ਨੇ ਕਦੇ ਇਹ ਨਹੀਂ ਸੋਚਿਆ ਕਿ ਇੱਕ ਅਗਵਾਈਕਾਰ ਦੇ ਤੌਰ ਤੇ ਉਹੀ ਮੁੱਖ ਰਹਿਣ। ਉਹਨਾਂ ਨੇ ਹਰ ਇੱਕ ਚਿੜੀ ਨੂੰ ਬਾਜ ਬਣਾਇਆ, ਹਰ ਇੱਕ ਇਨਸਾਨ ਨੂੰ ਉਹਨਾਂ ਨੇ ਯੋਧਾ ਬਣਾਉਣ ਦੀ ਕੋਸ਼ਿਸ਼ ਕੀਤੀ। ਤੇ 1699 ਵਿੱਚ ਵਿਸਾਖੀ ਵਾਲੇ ਦਿਨ ਗੁਰੂ ਜੀ ਨੇ ਅਨੰਦਪੁਰ ਸਾਹਿਬ ਬਹੁਤ ਵੱਡਾ ਇਕੱਠ ਬੁਲਾਇਆ। ਇਸ ਇਕੱਠ ਦੇ ਵਿੱਚ ਗੁਰੂ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ। 5 ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਤੇ ਬਾਅਦ ਵਿੱਚ ਉਹਨਾਂ ਤੋਂ ਆਪ ਅੰਮ੍ਰਿਤ ਛਕਿਆ। ਤਾਂ ਇਸ ਤਰ੍ਹਾਂ ਕਹਿੰਦੇ ਗੁਰੂ ਜੀ ਇੱਕ ਵੱਡੇ ਇਕੱਠ ਨੂੰ ਸੰਬੋਧਨ ਕੀਤਾ ਉਹਨਾਂ ਨੇ, ਤੇ ਉਹ ਆਵਾਜ਼ ਮਾਰਦੇ ਤੇ ਉਹਨਾਂ ਦੀ ਇੱਕ ਆਵਾਜ਼ ਤੇ ਪਿਆਰੇ ਇੱਕ ਇੱਕ ਕਰਕੇ ਆਪਣਾ ਸਿਰ ਵਾਰਦੇ ਰਹੇ ਤੇ ਅਖੀਰ 5 ਪਿਆਰਿਆਂ ਦੀ ਸਾਜਨਾ ਹੋਈ। ਤੇ ਉਹਨਾਂ 5 ਪਿਆਰਿਆਂ ਦੇ ਰਹਿਨੁਮਾਈ ਦੇ ਵਿੱਚ ਸਾਰੇ ਸਿੱਖਾਂ ਨੂੰ ਚੱਲਣ ਦਾ ਹੁਕਮ ਦਿੱਤਾ ਗਿਆ। ਉਹਨਾਂ ਨੂੰ ਹੀ ਪੰਥ ਦੇ ਮੋਹਰੀ ਮਿਥਿਆ ਗਿਆ ਤੇ ਉਹਨਾਂ ਪਿਆਰਿਆਂ ਦੀ ਤਰ੍ਹਾਂ ਹੀ ਫਿਰ ਪਤਾ ਨਹੀਂ ਕਿੰਨੇ ਕੁ ਹੋਰ ਪਿਆਰੇ ਤਿਆਰ ਹੋ ਗਏ ਤੇ ਆਪਣੀਆਂ ਜਾਨਾਂ ਉਹ ਜ਼ੁਲਮ ਦੇ ਵਿਰੁੱਧ ਕੁਰਬਾਨ ਕਰਨ ਲਈ ਤਿਆਰ ਹੋ ਗਏ। ਇਸ ਤਰ੍ਹਾਂ ਪਿਆਰੇ ਵਿਦਿਆਰਥੀਓ, ਇੱਕ ਤਕੜੀ ਜਿਹੜੀ ਜੰਗਾਂ ਯੁੱਧਾਂ ਦੀ ਤਿਆਰੀ ਹੈ ਉਹ ਗੁਰੂ ਜੀ ਨੇ ਕਰਨੀ ਸ਼ੁਰੂ ਕਰ ਦਿੱਤੀ, ਕਿਉਂਕਿ ਉਹ ਦੂਰਦਰਸ਼ੀ ਨੇਤਾ, ਲੀਡਰ, ਅਗਵਾਈਕਾਰ ਤੇ ਰੂਹਾਨੀ ਗੁਰੂ ਸੀ। ਉਹਨੂੰ ਪਤਾ ਸੀ ਕਿ ਆਉਣ ਵਾਲਾ ਸਮਾਂ ਕਿਸ ਤਰ੍ਹਾਂ ਦਾ ਹੋਵੇਗਾ। ਉਸੇ ਤਰ੍ਹਾਂ ਹੀ ਉਹ ਲੋਕਾਂ ਨੂੰ ਤਿਆਰ ਕਰਨ ਲੱਗੇ। ਉਸ ਤੋਂ ਅੱਗੇ ਵਿਦਿਆਰਥੀਓ ਫਿਰ ਉਹ ਘਟਨਾਵਾਂ ਹੁੰਦੀਆਂ ਜਿਨ੍ਹਾਂ ਤੋਂ ਅਸੀਂ ਗੁਰੂ ਜੀ ਦੀ ਮਹਾਨਤਾ ਨੂੰ ਪਰਖਦੇ ਹਾਂ। ਵਿਦਿਆਰਥੀਓ, ਜਦੋਂ ਗੁਰੂ ਜੀ ਨੂੰ ਇਹ ਪਤਾ ਲੱਗਿਆ ਕਿ ਇਹਨਾਂ ਮੁਗਲਾਂ ਨੂੰ ਤੇ ਪਹਾੜੀ ਰਾਜਿਆਂ ਨੂੰ ਮੂੰਹ ਤੋੜ ਜਵਾਬ ਦੇਣਾ ਪੈਣਾ ਹੈ, ਤੇ ਫਿਰ ਉਹਨਾਂ ਨੇ ਵੀ ਮੁਗਲਾਂ ਦੇ ਵਿਰੁੱਧ ਜੰਗ ਦਾ ਐਲਾਨ ਕਰ ਦਿੱਤਾ। ਉਹਨਾਂ ਨੇ ਵੀ ਖੁੱਲੀ ਲੜਾਈ ਦਾ ਐਲਾਨ ਕਰ ਦਿੱਤਾ, ਕਿਉਂਕਿ ਉਹਨਾਂ ਨੇ ਇੱਕੋ ਗੱਲ ਕਹੀ ਹੈ। ਅੱਗੇ ਜਾ ਕੇ ਆਪਾਂ ਜ਼ਫਰਨਾਮੇ ਦੇ ਵਿੱਚ ਪੜਾਂਗੇ ਕਿ ਚੂਕਾਰ ਅਜ਼ ਹਮ ਹੀਲ ਤੇ ਦਰ ਗੁਜਸਤ ਹਲਾਲ ਅਸਤ ਬੁਰਦਾਨ ਬਾ ਸ਼ਮਸ਼ੀਰ ਦਸ। ਗੁਰੂ ਜੀ ਨੇ ਲੋਕਾਂ ਨੂੰ ਸਿਖਾਇਆ ਕਿ ਜਦੋਂ ਜ਼ੁਲਮ ਦੀ ਹੱਦ ਹੋ ਜਾਵੇ, ਹੋਰ ਕੋਈ ਰਾਹ ਨਾ ਬਚੇ, ਉਦੋਂ ਤਲਵਾਰ ਚੱਕ ਲੈਣੀ ਹੀ ਜਾਇਜ਼ ਹੁੰਦੀ ਹੈ। ਜਦੋਂ ਗੁਰੂ ਜੀ ਨੇ ਇਹ ਦੇਖ ਲਿਆ ਕਿ ਇਹ ਜ਼ੁਲਮ ਦੀ ਹੱਦ ਇਸ ਤਰ੍ਹਾਂ ਨਹੀਂ ਰੁਕਣੀ, ਤਾਂ ਉਹਨਾਂ ਨੇ ਜੰਗਾਂ ਦਾ, ਖੁੱਲੀਆਂ ਜੰਗਾਂ ਦਾ ਐਲਾਨ ਕਰ ਦਿੱਤਾ। ਤੇ ਅਨੰਦਪੁਰ ਦੇ ਕਿਲੇ ਦੇ ਵਿੱਚ ਗੁਰੂ ਜੀ ਨੂੰ ਸਾਰੇ ਪਰਿਵਾਰ ਸਮੇਤ ਤੇ ਫੌਜ ਸਮੇਤ ਕਹਿੰਦੇ ਆ ਮੁਗਲਾਂ ਦੀ ਵੱਡੀ ਫੌਜ ਨੇ ਘੇਰ ਲਿਆ ਤੇ ਗੁਰੂ ਜੀ ਉੱਥੋਂ ਘੇਰਾ ਤੋੜ ਕੇ ਨਿਕਲੇ। ਲੰਬਾ ਟਾਈਮ ਸਿੱਖ ਉੱਥੇ ਕੈਦ ਦੇ ਵਿੱਚ ਰਹੇ। ਉੱਥੋਂ 40 ਮੁਕਤੇ, ਜਿਹਨੂੰ ਅਸੀਂ ਕਹਿੰਦੇ ਆ 40 ਸਿੰਘ ਕਹਿੰਦੇ ਆ, ਗੁਰੂ ਜੀ ਦਾ ਸਾਥ ਛੱਡ ਕੇ ਉੱਥੋਂ ਚਲੇ ਗਏ। ਉੱਥੋਂ ਨਿਕਲਣ ਤੋਂ ਬਾਅਦ ਸਰਸਾ ਨਦੀ ਦੇ ਕਿਨਾਰੇ ਤੇ ਆ ਕੇ ਗੁਰੂ ਜੀ ਦਾ ਪਰਿਵਾਰ ਵਿਛੜ ਗਿਆ। ਗੁਰੂ ਜੀ ਦੇ 2 ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਤੇ ਜੁਝਾਰ ਸਿੰਘ ਗੁਰੂ ਜੀ ਦੇ ਨਾਲ ਆ ਗਏ ਤੇ ਜੋਰਾਵਰ ਸਿੰਘ ਤੇ ਫਤਿਹ ਸਿੰਘ ਮਾਤਾ ਜੀ ਨਾਲ ਚਲੇ। ਉਸ ਤੋਂ ਬਾਅਦ ਗੁਰੂ ਜੀ ਦਾ ਪਿੱਛਾ ਕਰਦੀ ਹੋਈ ਮੁਗਲ ਫੌਜ ਚਮਕੌਰ ਦੀ ਗੜੀ ਦੇ ਵਿੱਚ ਪਹੁੰਚਦੀ ਹੈ
ਇੱਕ ਕੱਚੀ ਗੜੀ ਦੇ ਵਿੱਚ ਗੁਰੂ ਜੀ ਮੋਰਚਾ ਲਾ ਕੇ ਬੈਠੇ ਆ ਤੇ ਚਮਕੌਰ ਦੇ ਸਥਾਨ ਤੇ ਕਹਿੰਦੇ ਇੱਕ ਭਿਆਨਕ ਯੁੱਧ ਲੜਿਆ ਜਾਂਦਾ ਹੈ। ਉਸ ਯੁੱਧ ਦੇ ਵਿੱਚ ਗੁਰੂ ਜੀ ਦੇ ਦੋਨੋਂ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਤੇ ਜੁਝਾਰ ਸਿੰਘ ਲੜਦੇ ਲੜਦੇ ਸ਼ਹੀਦ ਹੋ ਗਏ। ਦੋ ਛੋਟੇ ਸਾਹਿਬਜ਼ਾਦੇ ਜਿਹੜੇ ਕਿ ਮਾਤਾ ਗੁਜਰੀ ਜੀ ਨਾਲ, ਆਪਣੀ ਦਾਦੀ ਦੇ ਨਾਲ, ਜੋਰਾਵਰ ਸਿੰਘ ਤੇ ਫਤਿਹ ਸਿੰਘ ਚਲੇ ਗਏ ਸੀ, ਉਹਨਾਂ ਨੂੰ ਕਹਿੰਦੇ ਸਰਹੰਦ ਦੇ ਨਵਾਬ ਵਜ਼ੀਰ ਖਾਨ ਨੇ ਕੈਦ ਕਰ ਲਿਆ। ਉਹਨਾਂ ਨੂੰ ਮੁਸਲਮਾਨ ਬਣਨ ਲਈ ਕਿਹਾ ਗਿਆ, ਉਹਨਾਂ ਨੇ ਇਨਕਾਰ ਕਰ ਦਿੱਤਾ ਤੇ ਉਹਨਾਂ ਨੂੰ ਛੋਟਿਆਂ ਛੋਟਿਆਂ ਨੂੰ ਨੀਹਾਂ ਵਿੱਚ ਚਿਣਵਾ ਕੇ ਸ਼ਹੀਦ ਕਰ ਦਿੱਤਾ ਗਿਆ। ਇਸ ਤਰ੍ਹਾਂ ਆਪ ਦਾ ਸਾਰਾ ਪਰਿਵਾਰ ਖੇਰੂ ਖੇਰੂ ਹੋ ਗਿਆ, ਪਰ ਗੁਰੂ ਜੀ ਨੇ ਫਿਰ ਵੀ ਹੌਸਲਾ ਨਾ ਹਾਰਿਆ। ਕਿਉਂਕਿ ਉਹ ਸਾਰੇ ਖਾਲਸਾ ਪੰਥ ਨੂੰ ਹੀ ਆਪਦਾ ਪਰਿਵਾਰ ਮੰਨਦੇ ਸੀ। ਕਦੇ ਉਹਨਾਂ ਨੇ ਆਪਦੇ ਪਰਿਵਾਰ ਨੂੰ ਖਾਲਸਾ ਪੰਥ ਨਾਲੋਂ ਵੱਧ ਅਹਿਮੀਅਤ ਨਹੀਂ ਦਿੱਤੀ। ਉਹਨਾਂ ਨੇ ਸਾਰਿਆਂ ਨੂੰ ਹੀ ਆਪਣਾ ਪਰਿਵਾਰ ਮੰਨਿਆ। ਤਾਂ ਇਸ ਲਈ ਕਹਿੰਦੇ ਆ ਕਿ ਆਪਣਾ ਪਰਿਵਾਰ ਵਾਰ ਕੇ ਜਦੋਂ ਉਹ ਤੁਰਨ ਲੱਗੇ ਤਾਂ ਉਹਨਾਂ ਨੂੰ ਭਾਈ ਸਾਹਿਬ ਨੇ ਕਿਹਾ ਕਿ ਗੁਰੂ ਜੀ ਸਾਹਿਬਜ਼ਾਦਿਆਂ ਦੀਆਂ ਮ੍ਰਿਤਕ ਦੇਹਾਂ ਤੇ ਕੱਪੜਾ ਅਸੀਂ ਪਾ ਦਈਏ। ਤਾਂ ਉਹਨਾਂ ਨੇ ਇਹ ਕਿਹਾ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਤਾਂ ਗੁਰੂ ਜੀ ਨੇ ਕਿਹਾ ਕਿ ਕੋਈ ਗੱਲ ਨਹੀਂ, ਜੇ ਮੇਰੇ 4 ਪੁੱਤਰ ਤੇ ਮੇਰਾ ਪਰਿਵਾਰ ਵਿਛੜ ਗਿਆ, ਸ਼ਹੀਦ ਹੋ ਗਏ, ਤਾਂ ਕੋਈ ਗੱਲ ਨਹੀਂ। ਇਸ ਖਾਲਸੇ ਦੀ ਇਸ ਲੜਾਈ ਦੇ ਵਿੱਚ ਜ਼ੁਲਮ ਦੇ ਵਿਰੁੱਧ ਲੜੀ ਜਾ ਰਹੀ ਇਸ ਲੜਾਈ ਦੇ ਵਿੱਚ ਇਹ ਸਭ ਕੁਝ ਮੇਰਾ ਵਾਰਿਆ ਗਿਆ, ਤਾਂ 4 ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਸਾਰਾ ਖਾਲਸਾ ਪੰਥ ਹੀ ਮੇਰੀ ਔਲਾਦ ਹੈ, ਤੇ ਜੇ 4 ਇਹਨਾਂ ਲਈ ਮੈਂ ਤੋਂ ਵਾਰ ਦਿੱਤੇ ਤਾਂ ਕੀ ਹੋ ਗਿਆ। ਵਿਦਿਆਰਥੀਓ, ਇਸ ਤਰ੍ਹਾਂ ਗੁਰੂ ਜੀ ਦਾ ਸੰਘਰਸ਼ਮਈ ਜੀਵਨ ਚੱਲਦਾ ਰਿਹਾ। ਉਸ ਤੋਂ ਬਾਅਦ ਮਾਛੀਵਾੜੇ ਦੇ ਜੰਗਲਾਂ ਦੇ ਵਿੱਚੋਂ ਹੁੰਦੇ ਹੋਏ ਗੁਰੂ ਜੀ ਅਖੀਰ ਖਿਦਰਾਣੇ ਪਹੁੰਚਦੇ ਹੈ। ਖਿਦਰਾਣੇ ਦੀ ਢਾਬ ਦੇ ਵਿੱਚ ਉਹਨਾਂ ਨੇ ਆਖਰੀ ਲੜਾਈ ਲੜੀ। ਇਸ ਖਿਦਰਾਣੇ ਦੀ ਢਾਬ ਨੂੰ ਅੱਜ ਅਸੀਂ ਸ੍ਰੀ ਮੁਕਤਸਰ ਸਾਹਿਬ ਦੇ ਨਾਮ ਨਾਲ ਜਾਣਦੇ ਹਾਂ। 40 ਸਿੰਘ ਜਿਹੜੇ ਅਨੰਦਪੁਰ ਸਾਹਿਬ ਦੇ ਵਿੱਚ ਗੁਰੂ ਸਾਹਿਬ ਦਾ ਸਾਥ ਛੱਡ ਗਏ ਸੀ, ਇੱਥੇ ਆ ਕੇ ਗੁਰੂ ਜੀ ਦੇ ਨਾਲ ਉਹ ਰਲ ਗਏ। ਮੁਗਲ ਫੌਜਾਂ ਗੁਰੂ ਜੀ ਦਾ ਪਿੱਛਾ ਕਰਦੀਆਂ ਹੋਈਆਂ ਇੱਥੋਂ ਤੱਕ ਆ ਗਈਆਂ। ਇੱਥੇ ਕਹਿੰਦੇ ਘਮਸਾਣ ਦਾ ਯੁੱਧ ਹੋਇਆ ਤੇ ਗੁਰੂ ਜੀ ਨੇ ਇੱਥੇ ਐਸੀ ਤਲਵਾਰ ਵਾਹੀ ਕਿ ਮੁਗਲਾਂ ਦੀ ਕੋਈ ਵਾਹ ਨਾ ਗਈ ਤੇ ਉਹਨਾਂ ਨੂੰ ਮੈਦਾਨ ਛੱਡ ਕੇ ਭੱਜਣਾ ਪਿਆ। ਗੁਰੂ ਜੀ ਦੇ 40 ਸਿੰਘ ਇੱਥੇ ਸ਼ਹੀਦ ਹੋ ਗਏ। ਮਾਈ ਭਾਗੋ ਬੜੀ ਬਹਾਦਰੀ ਨਾਲ ਇਸ ਜੰਗ ਦੇ ਵਿੱਚ ਲੜੇ ਤਾਂ ਉਹਨਾਂ 40 ਮੁਕਤਿਆਂ ਨੇ ਗੁਰੂ ਜੀ ਤੋਂ ਅਰਦਾਸ ਕੀਤੀ ਕਿ ਵਿਦਾਵਾ ਪਾੜ ਦਿਓ, ਅਸੀਂ ਤੁਹਾਡੀ ਸ਼ਰਨ ਵਿੱਚ ਦੁਬਾਰਾ ਆ ਗਏ ਹਾਂ। ਗੁਰੂ ਜੀ ਨੇ ਵਿਦਾਵਾ ਪਾੜਿਆ ਤੇ 40 ਮੁਕਤਿਆਂ ਨੂੰ ਮੁਕਤ ਕਰ ਦਿੱਤਾ ਤੇ ਖਿਦਰਾਣੇ ਦੀ ਢਾਬ ਦਾ ਨਾਂ ਮੁਕਤਸਰ ਪੈ ਗਿਆ, ਜੋ ਅੱਜ ਕੱਲ੍ਹ ਪੰਜਾਬ ਦਾ ਜ਼ਿਲ੍ਹਾ ਹੈ। ਇਸ ਤੋਂ ਬਾਅਦ ਗੁਰੂ ਜੀ ਤਲਵੰਡੀ ਸਾਬੋ ਚਲੇ ਗਏ। ਇੱਥੇ ਰਹਿ ਕੇ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪੂਰਨ ਕੀਤਾ, ਗੁਰੂ ਤੇਗ ਬਹਾਦਰ ਦੀ ਬਾਣੀ ਨੂੰ ਸ਼ਾਮਲ ਕੀਤਾ ਤੇ ਔਰੰਗਜ਼ੇਬ ਨੂੰ ਜ਼ਫਰਨਾਮਾ ਇੱਕ ਪੱਤਰ ਲਿਖਿਆ। ਜ਼ਫਰਨਾਮੇ ਨੂੰ ਪਿਆਰੇ ਵਿਦਿਆਰਥੀਓ ਜਿੱਤ ਦੀ ਚਿੱਠੀ ਵੀ ਕਿਹਾ ਜਾਂਦਾ ਹੈ। ਕਹਿੰਦੇ ਹੈ ਕਿ ਜ਼ਫਰਨਾਮੇ ਨੂੰ ਪੜ੍ਹਨ ਤੋਂ ਬਾਅਦ ਔਰੰਗਜ਼ੇਬ ਆਪਣੇ ਹੋਸ਼ ਹਵਾਸ ਗਵਾ ਬੈਠਾ ਤੇ ਗੁਰੂ ਜੀ ਨੂੰ ਮਿਲਣ ਦੀ ਇੱਛਾ ਉਹਨੇ ਰੱਖੀ, ਪਰ ਉਹਦੀ ਇੱਛਾ ਪੂਰੀ ਨਾ ਹੋਈ ਤੇ ਰਸਤੇ ਵਿੱਚ ਆਉਂਦਾ ਹੀ ਉਹ ਚੱਲ ਵਸਿਆ। ਤਾਂ ਇਸ ਤਰ੍ਹਾਂ ਪਿਆਰੇ ਵਿਦਿਆਰਥੀਓ ਗੁਰੂ ਜੀ ਅੰਤ ਨੰਦੇੜ ਚਲੇ ਗਏ ਤੇ ਇੱਕ ਦਿਨ ਦਰਿਆ ਦੇ ਕਿਨਾਰੇ ਪ੍ਰਭੂ ਭਗਤੀ ਵਿੱਚ ਲੀਨ ਸੀ ਤੇ ਇੱਕ ਪਠਾਨ ਨੇ ਆਪ ਦੇ ਪੇਟ ਦੇ ਵਿੱਚ ਆ ਕੇ ਛੁਰਾ ਮਾਰ ਕੇ ਆਪ ਨੂੰ ਜ਼ਖਮੀ ਕਰ ਦਿੱਤਾ ਤੇ ਇਹਨਾਂ ਜ਼ਖਮਾਂ ਦੀ ਤਾਬ ਨਾਲ ਝੱਲਦੇ ਹੋਏ 1708 ਈਸਵੀ ਦੇ ਵਿੱਚ ਗੁਰੂ ਜੀ ਜੋਤੀ ਜੋਤ ਸਮਾ ਗਏ। ਸਿੱਖ ਧਰਮ ਦੇ 5 ਤਖਤਾਂ ਵਿੱਚੋਂ 4 ਤਖਤ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਿਤ ਹੈ ਪਿਆਰੇ ਵਿਦਿਆਰਥੀਓ। ਤਾਂ ਇਸ ਤਰ੍ਹਾਂ ਸੀ ਗੁਰੂ ਜੀ ਦਾ ਜੀਵਨ, ਇਸ ਤਰ੍ਹਾਂ ਦੀਆਂ ਮਹਾਨ ਕੁਰਬਾਨੀਆਂ ਗੁਰੂ ਜੀ ਨੇ ਇਸ ਸਮਾਜ ਦੀ ਅਗਵਾਈ ਲਈ ਕੀਤੀਆਂ, ਜ਼ੁਲਮਾਂ ਦੇ ਖਾਤਮੇ ਲਈ ਕੀਤੀਆਂ। ਤਾਂ ਉਮੀਦ ਹੈ ਪਿਆਰੇ ਵਿਦਿਆਰਥੀਓ ਕਿ ਤੁਸੀਂ ਇਸ ਪਾਠ ਨੂੰ ਬਹੁਤ ਧਿਆਨ ਨਾਲ ਸੁਣਿਆ ਹੋਵੇਗਾ ਤੇ ਤੁਸੀਂ ਇੱਕ ਲੇਖ ਨੂੰ ਵਧੀਆ ਤਰੀਕੇ ਨਾਲ ਪ੍ਰੀਖਿਆ ਦੀ ਦ੍ਰਿਸ਼ਟੀ ਤੋਂ ਕਰਨ ਦੇ ਯੋਗ ਵੀ ਹੋਏ ਹੋਵੋਗੇ ਤੇ ਆਪਣੇ ਗਿਆਨ ਵਿੱਚ ਤੁਸੀਂ ਵਾਧਾ ਵੀ ਕੀਤਾ ਹੋਵੇਗਾ। ਮੇਰੇ ਵੱਲੋਂ ਸਾਰੇ ਹੀ ਵਿਦਿਆਰਥੀਆਂ ਦਾ ਬਹੁਤ ਬਹੁਤ ਧੰਨਵਾਦ।